चलो जी कोई साल प्ले ग्राउंड है वो प्लेयर जो फुटबॉल खेलते हुए और ये है जी उन्हें बना लो जो डॉटर लाइन ड्रा करते हैं करके और नाम दे दो पी क्यू। उस तो बाद प्लेयर बना लो इस जगह पे प्लेयर ए होता वा उन्हें कीता जी फुटबॉल ਨੂੰ ਹਿੱਟ ਕੀਤਾ ਵਾ ਇਹ ਵਾਲੇ ਪੁਆਇੰਟ ਵਾਲੇ ਇੱਥੇ ਤੁਹਾਡਾ ਫੇਰ ਇੱਕ ਪਲੇਅਰ ਹੋਤਾ ਜਿਹਨੂੰ ਗੋਲ ਦਾ ਨਾਮ ਦਿੱਤਾ ਹੈ ਉਹਨੇ ਇਧਰ ਫੁੱਟਬਾਲ ਹਿੱਟ ਕੀਤਾ ਔਰ ਜਿਹਨੂੰ ਬੋਲਦੇ ਨੇ ਆ ਇਨਸੀਡੈਂਟ ਪਾਸ। ਉਸ ਤੋਂ ਬਾਅਦ ਦੇਖੋ ਜੀ ਜਿਹੜਾ ਇਹ ਵਾਲੀ ਸਾਡੀ ਪੀ ਕਿਊ ਲਾਈਨ ਹੈ ਇਹਦਾ ਐਂਗਲ ਬਣਾਉਂਦਾ ਹੋਇਆ 22.5 डिग्री और ये एंगल ਸਾਨੂੰ ਹੈ ਕਿਉਂ ਬਣਿਆ 45 डिग्री ਇਸ ਕਰਕੇ ਮੈਨੂੰ ਪਤਾ ਲੱਗਾ ਕਿ ਇਹਨਾਂ ਨੂੰ ਇਨ ਐਂਗਲ ਤੇ ਫੋਲੋ ਕੀਤੀ ਹੈ। ਉਸ ਤੋਂ ਬਾਅਦ ਦੇਖੋ ਜੀ ਇਹਨੇ ਕੀਤਾ ਕੋ ਜਿਹੜਾ ਇਹ ਪਲੇਅਰ ਹੈ ਉਹਨੇ ਬਾਲ ਨੂੰ ਡਿਫਲੈਕਟ ਕੀਤਾ ਔਰ ਉਹਨੇ ਕੀ ਹੈ ਜੀ ਬਾਲ ਦੀ ਡਾਇਰੈਕਸ਼ਨ ਵੀ ਚੇਂਜ ਕਰਤੀ ਹੈ ਔਰ ਡਾਇਰੈਕਸ਼ਨ ਕਿਧਰ ਨੂੰ ਕਰਤੀ ਹੈ बी वाली साइड ठीक है जी इधर उन्होंने बॉल डिफलेक्ट कर दिया है फिर एंगल कितना बना हुआ 42.5 डिग्री और टोटल ਜਿਹੜਾ 45 डिग्री हो गया। सो ਉਸ ਤੋਂ ਬਾਅਦ ਦੇਖੋ ਜੀ ਇਹਦੇ ਸਾਨੂੰ ਮਾਸ ਆਫ ਬਾਲ ਵੀ ਦਿੱਤਾ ਵਾ 0.1 ਵੱਧ ਗਿਆ ਜੀ और ਉਸ ਤੋਂ ਬਾਅਦ ਇਨੀਸ਼ੀਅਲ ਸਪੀਡ ਵੀ ਦਿੱਤੀ ਹੈ 50 ਕਿਲੋਮੀਟਰ ਪਰ ਆਵਰ। ਅਸੀਂ ਇਹਦੇ ਵਿੱਚ ਪਲਸ ਵੇਖਣੀ ਹੈ ਪਲਸ ਕਿੰਨੀ ਹੈ ਪਲਸ ਆਫ ਬਾਲ ਜਿਹੜੀ ਉਹ ਵੇਖਣੀ ਹੈ। ਸੋ ਇਹਨੂੰ ਹੀ ਸੋਲਵ ਕਰਦੇ ਆ ਚਲੋ ਨਾਮ ਤੋਂ ਟੈਸਟ ਇਹਨੂੰ ਨਾਮ ਦੋ ਬੀ। ਸੋ ਸਭ ਤੋਂ ਪਹਿਲਾਂ ਨੋਟ ਕਰੋ ਜੀ ਏ ਓ अब अगर वैसे है कि इंसिडेंट पाथ ऑफ फुटबॉल of the इंसिडेंट पाथ of the football और इंसिडेंट ਕਿਹੜਾ ਦਾ ਜੋ ਤੁਸੀਂ ਸ਼ੀਸ਼ੇ ਦੇ ਵਿੱਚ ਆਦੀ ਫੋਟੋ ਦੇਖਦੇ ਨੇ ਤੁਹਾਡੇ ਸ਼ੀਸ਼ੇ ਦੇ ਤੁਹਾਡੀ ਬਾਡੀ ਮੰਨ ਲਓ ਆਬਜੈਕਟ ਹੈ ਜਿਹੜੀ ਤੁਹਾਡੀ ਰੀਜਨਲ ਬਾਡੀ ਆਬਜੈਕਟ ਹੈ ਉਹ ਲਾਈਟ ਜਿਹੜੀ ਹੈ ਸ਼ੀਸ਼ੇ ਦੇ ਵਿੱਚ ਇੰਸੀਡੈਂਟ ਹੁੰਦੀ ਪਈ ਹੈ ਔਰ ਉਸ ਤੋਂ ਬਾਅਦ ਉਹਦੇ ਵਿੱਚ ਤੁਹਾਡੀ ਰਿਫਲੈਕਸ਼ਨ ਕਹਿ ਸਕਦੇ ਤੁਹਾਡੀ ਇਮੇਜ ਬਣਦੀ ਪਈ ਹੈ ਜਿਹੜੀ ਉਹ ਇਮੇਜ ਹੈ ਉਹਦੀ ਜਿਹੜੀ ਲਾਈਟ ਹੈ ਉਹ ਫਿਰ ਰਿਫਲੈਕਟ ਹੋ ਕੇ ਤੁਹਾਡੀ ਆਈਸ ਤੱਕ ਜਾਂਦੀ ਪਈ ਹੈ ਠੀਕ ਹੈ। ਜਿਹੜੀ ਲਾਈਟ ਤੁਹਾਡੀ ਰੀਜਨਲ ਬਾਡੀ ਤੋਂ ਸ਼ੀਸ਼ੇ ਵਿੱਚ ਜਾਂਦੀ ਪਈ ਹੈ that is ਇਨਸੀਡੈਂਟ ਰੇ। ਇਹਦੇ ਵਿੱਚ ਕੋਈ ਇਨਸੀਡੈਂਟ ਪਾਥ ਹੈ ਜਦੋਂ ਇੱਕ ਪਲੇਅਰ ਜਿਹੜਾ ਦੂਜੇ ਵਾਰ ਬਾਲ ਹਿੱਟ ਕਰਦਾ ਹੈ ਇਹਨੇ ਫਿਰ ਅੱਗੇ ਉਹ ਬਾਲ ਨੂੰ ਅੱਗੇ ਹਿੱਟ ਕਰਤਾ that is the reflected path ਠੀਕ ਹੈ ਜੀ। ਚਲੋ ਨੈਕਸਟ ਆਪਾਂ ਨੂੰ ਕਹਿ ਦਿੰਦੇ ਆ OB ਦੀ ਗੱਲ ਕਰ ਲਓ ਇਹਨੂੰ ਅਸੀਂ ਡਿਫਲੈਕਟ ਬੋਲਾਂਗੇ ਰਿਫਲੈਕਟ ਹੁੰਦਾ ਘੁੰਮਣਾ ਚੇਂਜ ਕਰਨਾ ਨਾਮ ਦੇ ਦੋ OB ਪਤਾ ਲੱਗਦਾ ਨਾ OB ਕਿਹੜਾ ਇਹ ਵਾਲਾ ਪਾਥ ਹੈ ਜਦੋਂ ਉਹਨੇ ਬਾਲ ਨੂੰ ਇਧਰ ਨੂੰ ਚੇਂਜ ਕਰਦਾ ਐਰੋ ਨੂੰ ਡਾਇਰੈਕਸ਼ਨ ਸ਼ੋ ਕਰ ਦਿੰਦਾ ਨੋਟ ਕਰ ਲਓ ਪਾਸ ਫਾਰਵਰਡ ਬਾਈ ਫੁੱਟਬਾਲ after being reflected path followed by football after being reflected should go after being reflected ਜਾਂ after deflection ਜਾਂ after deflected ਹੋ ਜਾਂਦਾ ਕਿ ਜਦੋਂ ਉਹਨੇ ਬਾਲ ਨੂੰ ਇਧਰ ਹਿੱਟ ਕਰਦਾ ਜਿਵੇਂ ਫੁੱਟਬਾਲ ਖੇਡਦੇ ਨਾ ਇੱਕ ਪਲੇਅਰ ਨੇ ਤਾਂ ਹਿੱਟ ਕੀਤੀ ਦੂਸਰੇ ਨੇ ਹਿੱਟ ਕਰਕੇ ਉਹਨੂੰ ਬਾਲ ਭੇਜਦੀ ਇਦਾਂ ਹੋ ਜਾਂਦਾ ਇਧਰੋਂ ਬਾਲ ਹਿੱਟ ਕਰਦਾ ਪਿਆ ਉਹ ਵਾਲੀ ਵਜ੍ਹਾ ਨਾਲ ਉਹ ਵਾਲੇ ਨੇ ਫਿਰ ਇਧਰ ਹਿੱਟ ਕਰਦੀ ਔਰ ਬਾਲ ਦੀ ਡਾਇਰੈਕਸ਼ਨ ਵੀ ਚੇਂਜ ਹੋ ਗਈ ਇਹਦੇ ਨਾਲ। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਵਿੱਚ ਹੈਗਾ ਇਹਦੇ ਵਿੱਚ ਇਹ ਹੋ ਕੀ ਹੈ ਜੀ ਇਨਸੀਡੈਂਟ ਪਾਸ ਹੋ ਗਿਆ। ਉਸ ਤੋਂ ਬਾਅਦ ਅੱਗੇ ਗੱਲ ਕਰਨੀ ਐਂਗਲ ਦੀ ਦੋ ਟ੍ਰਾਇੰਗਲ ਕ੍ਰੀਏਟ ਹੁੰਦੀਆਂ ਨੇ ਇਹਦੇ ਵਿੱਚ ਦੇਖੋ ਚੈੱਕ ਕਰੋ ਇੱਕ ਟ੍ਰਾਇੰਗਲ ਕ੍ਰੀਏਟ ਹੁੰਦੀ ਪਈ ਹੈ AOB ਠੀਕ ਹੈ ਜੀ ਔਰ ਨਾਲ ਨੋਟ ਕਰ ਲਿਓ ਐਂਗਲ ਬਿਟਵੀਨ ਦਾ ਇੰਸੀਡੈਂਟ ਪਾਥ angle between the incident path IP देखता जी मैं and deflected path पता नहीं बेटा ये वाला इंसिडेंट पाथ है और ये वाला deflected path ऑफ बॉल कितना है एंगल कितना पता करो ਉਹਦੇ ਵਿੱਚ 32.5 इंसिडेंट पाथ और डिफलेक्टेड पाथ दोनों का बाई बाई पार्ट वाले जो पांच ਜਿਹੜਾ ਵਾ ਤੁਹਾਨੂੰ ਐਡ ਕਰ ਦੋ 45 ਵਾਲੀ ਠੀਕ ਹੈ और डायरेक्टली 45 ले दो तो गिवन है अपने ਵਿੱਚ ऑफ फुटबॉल
ये ਤੁਹਾਡਾ ਹੈਗਾ 45। ਉਸ ਤੋਂ ਬਾਅਦ ਦੇਖੋ ਜੀ ਅੱਗੇ ਨੋਟ ਕਰਿਓ AOP is equal to angle BOP। देखो जी इधर नोट करो angle AOP is equal to angle AOP is equal to angle BOP। POB भी बन सकता है। पता क्यों इधर एक पहला मैं आज पे फिर मेरे सामने पहला दिखा गाड़ी दे इसे हो जी BOP। हाँ जी कितना एंगल पाता है दोनों के और एग्जैक्ट एंगल दसना जब कितना लिखा है 22.5। ठीक है जी दोनों ट्राई का अलग अलग एंगल दसो मेनू कितना आएगा 22.5 डिग्री और इधर थीटा मानना है ये एंगल को थीटा मान लो। आगे नोट करो जी इनिशियल वेलोसिटी इज इक्वल टू फाइनल वेलोसिटी। इनिशियल वेलोसिटी इज इक्वल टू फाइनल वेलोसिटी। जितनी बड़ी शुरू वाली बॉल की वेलोसिटी अपनी फाइनल होगी। इनिशियल वेलोसिटी इज इक्वल टू फाइनल वेलोसिटी ऑफ बॉल। फाइनल वेलोसिटी ऑफ बॉल और ए इक्वल टू कहते हैं वी दे। उस तो बाद ये कंपोनेंट काटते हैं पता है कंपोनेंट किस गड्डी ते है देखो ये सारे कोई इंक्लाइन प्लेन है ना प्रॉपर एक्स दे विच है ना प्रॉपर वाई दे विच है। दो दे कंपोनेंट बाद एक साइन पर होगा एक cos। ठीक है जी सो इहदे विच कुछ कंपोनेंट कढने हैं और उस तो बाद इहदा आंसर आऊगा। सो सब तो पहले देखो जी इहदे विच हॉरिजॉन्टल कंपोनेंट की गल कर लो। हॉरिजॉन्टल कंपोनेंट की गल लो दो बन गए देखो जी इहदे विच ऊपर वाली ट्रायंगल का अलग कर लो एक मिनट जेडी ये वाली लाइन है ये वाला पाथ है इंसिडेंट पाथ का अलग कर लो एक ये आ जाएगा एक ये आ जाएगा। उस तो बाद जेड़ा ਤੁਹਾਡਾ डिफलेक्टेड पाथ है ਉਹਦੀ ਕੀ ट्रायंगल एक इधर आ जाएगा एक इधर आ जाएगा मतलब एक वर्टिकल एक हॉरिजॉन्टल इधर करके वर्टिकल हॉरिजॉन्टल इधर ये वर्टिकल हॉरिजॉन्टल। सो ਇਹਨੂੰ ਕੱਢੋ ਭਲਾ ਕਿੱਦਾਂ ਕਿੰਨਾ ਕਰਾਉਣਾ ਉਹਦਾ ਆਨਸਰ। चलो मैं लिख देता हूं हॉरिजॉन्टल कंपोनेंट ऑफ इनिशियल वेलोसिटी। भाई इनिशियल वेलोसिटी कितनी होगी जेड़ा साडा इनिशियल पाथ है इथे की होगी जी इनिशियल वेलोसिटी और जैसे साडा डिफलेक्टेड पाथ है उसका नाम क्या करते हैं फाइनल वेलोसिटी। फाइनल वेलोसिटी देखो ये हॉरिजॉन्टल कंपोनेंट ऑफ इनिशियल वेलोसिटी के नाम तो हॉरिजॉन्टल ਦੇ ਵਿੱਚ ਕੀ ਆ ਜਾਊਗਾ ਜੀ हॉरिजॉन्टल मेरे हिसाब से बनता है एक्स एक्सिस है ना तो थीटा साइड है ये होगा cos के साइड एक मिनट बाद कर लो बात ये कैम है दोस्तों मेनू आ थीटा बनदा है कि cos होगा या sin होगा कितना रो मैं भी बताता था cos ही आता है ना cos होगा तो ये की बन गया फिर v cos थीटा केदे लॉन्ग है जी दोस्तों मेनू हां जी केदे लॉन्ग क्या है sin थीटा ਇਹਦੇ ਨਾਲ ਹੀ ਬਣਦਾ ਹੈ। ਚਲੋ ਦੱਸੋ ਕੀ ਬਣ ਗਿਆ ਚਲੋ ਇਹ ਦੇ ਇਹਨਾਂ ਹੀ ਰੋਲ ਨਹੀਂ ਕੋਸੀਟਾ। ਅੱਗੇ ਦੇਖੋ ਜੀ वर्टिकल कंपोनेंट ऑफ वर्टिकल कंपोनेंट ਦੀ ਕਿਹਦੇ ਚ ਬਣੂਗੀ फाइनल ਕਿਹੜੀ ਬਣਦੀ ਪਈ ਇਹਦੇ ਵਿੱਚ फाइनल ਨਹੀਂ ਬਣਦੀ ਜੇ ਮੈਂ ਇਨੀਸ਼ੀਅਲੀ ਸੋਲਵ ਕਰਦਾ ਪਿਆ ਹਾਂ ਇਹ ਕਿਹੜਾ ਵੀ ਕੰਪੋਨੈਂਟ ਹੈਗਾ ਨਾ ਤੁਹਾਨੂੰ ਕੰਪੋਨੈਂਟ ਚੇਤਾ ਨਹੀਂ ਹੈਗਾ। ਦੇਖੋ ਇਹ ਵਾਲੀ ਨਾਲ x ਦੀ ਪ੍ਰੋਪਰ ਲਾਈਨ ਕਰਦੀ ਪਈ ਹੈ ਨਾ y ਦੀ ਲਾਈਨ ਕਰਦੀ ਪਈ ਹੈ ਇਹਦੇ ਦੋ ਕੰਪੋਨੈਂਟ ਬਣ ਗਏ जेड़ा थीटा साइड है वो cos आ गया दूसरा आ गया वो sin आ गया। करो फिर देखो ये क्या आ गया दसो वर्टिकल कंपोनेंट की है sin थीटा d sin थीटा हम सही करोगे आगे देखो जी फिर फाइनल की गल कर लो फाइनल दे विच दो बन गए देखो फाइनल केड़ी है जो ने बॉल डिफलेक्ट कीती है हिट कीती है बॉल ये भी ਤੁਹਾਡਾ प्रॉपर ना x एक्सिस लाइन करदा ना y करदा ਇਹਦੇ दो कंपोनेंट है ये वाला वर्टिकल हॉरिजॉन्टल कर लो देखो फिर क्या आ गया ਇਹਦਾ ਵੀ sin थीटा ये क्या आ गया cos पहला हॉरिजॉन्टल कर लो हॉरिजॉन्टल कंपोनेंट ऑफ फाइनल वेलोसिटी ऑफ फुटबॉल क्या है दोस्तों f cos थीटा देखो ये v cos
मैं तो 20 बनी हुई है फाइनल इतनी भी नहीं की थे V cos theta चलो ये भी क्या आ गई P cos cos थीटा आगे V sin V minus P sin थीटा और और ये तो कितनी होगी sin theta वर्टिकल ये आगे जी वर्टिकल कंपोनेंट ऑफ कितनी होगी final cos V equals to B by वर्टिकल कितनी दे ਵਿੱਚ ਇਹ वर्टिकल है कि ये वर्टिकल है इधर वाली इधर वाली की होगी ये B sin theta चलो देखो ਜਿਹੜੀਆਂ ਹੌਰੀਜ਼ੌਂਟਲ ਆ ਉਹ ਮੋਸਟਲੀ 22.5 22.5 ਐਂਗਲ ਦੇ ਉੱਤੇ ਹੋ ਜਾਂਦੀਆਂ ਦੇਖੋ ਐਂਗਲ ਦੀ ਗੱਲ ਕਰੋ ਵਿੱਚ ਇਹਦੇ ਵਿੱਚ ਐਂਗਲ ਕਿੰਨਾ ਬਣਦਾ ਹੈ ਸੇਮ ਐਂਗਲ ਬਣਦਾ ਹੈ ਚਲੋ ਵੇਖੋ ਜੀ ਇਹਦੇ ਤੇ ਇੱਕ ਲਾਈਨ ਕੋਡ ਕਰੋ देयर इज नो चेंज इन द हॉरिजॉन्टल कंपोनेंट ऑफ वेलोसिटी देयर इज नो चेंज इन द हॉरिजॉन्टल कंपोनेंट ऑफ वेलोसिटी ਜਿਹੜੇ हॉरिजॉन्टल कंपोनेंट है चाहे वो इनिशियल वेलोसिटी है चाहे वो फाइनल वेलोसिटी है दोनों ਦੇ ਜਿਹੜੇ हॉरिजॉन्टल कंपोनेंट ਉਹਨਾਂ 'ਚ ਕੋਈ ਚੇਂਜ ਨਹੀਂ ਹੁੰਦਾ ਹੈ सो इस करके ये लाइन नोट की है the vertical components of velocities are लिखने वाली है एक तो अगे हां जी the vertical वर्टिकल कंपोनेंट देखो ये चीज तुम थोड़े जे को फील करो इस चीज हॉरिजॉन्टल पार्ट दोनों का कॉमन है चाहे इधर चेक कर लो चाहे इधर चेक कर लो पर जो वर्टिकल पार्ट है डिफरेंट होता है different वर्टिकल पार्ट डिफरेंट होता है एंगल को डायरेक्शन भी चेंज होती है ठीक है जी ਜਿਹੜਾ ਇਹ वर्टिकल पार्ट है ना ਇਹਦਾ ਲੱਗ ਨਹੀਂ ਹੁੰਦਾ ਪਿਆ ਲੱਗ ਨਹੀਂ ਹੁੰਦਾ ਪਿਆ ਬਟ ਇਹ ਪਤਾ ਦੋ ਦਾ ਕੰਪੋਨੈਂਟ ਚੈੱਕ ਕਰੋ ਬੜਾ ਧਿਆਨ ਨਾਲ ਸੋਚੋ ਆਪਾਂ ਦੋਨਾਂ ਦੇ ਕੰਪੋਨੈਂਟ ਇਹੋ ਲੈ ਜਾਂਦੇ ਨਾ v cos थीटा ऊपर वाले ਦਾ ਵੀ ਹੋ ਰਿਹਾ ਹੈ और v cos थीटा नीचे वाले ਦਾ ਵੀ ਇਹੋ ਯੂਜ਼ ਕੀਤਾ ਹੈ ਬਟ ਸਾਈਨ ਦੇ ਵਿੱਚ ऊपर वाले ਦਾ ਸਾਈਨ ਨਹੀਂ ਯੂਜ਼ ਕੀਤਾ ਹੈ नीचे वाले ਨੇ ਯੂਜ਼ ਕੀਤਾ ਹੈ ਇਹ ਕਰਕੇ ਆਪੋਜ਼ਿਟ ਹੋ ਗਿਆ ਨਾ ਦੋਨੋਂ ਇਹਦੀ ਅਪਰ ਸਾਈਡ और लोअर साइड हो गई है कि चाहे दोनों वाई एक्सिस पे है बट ये अपर साइड है लोअर साइड है ठीक है जी थोड़ा दिमाग लगाना थोड़ा फील करना पड़ता है फिर समझ आनी है क्योंकि देखो मैं हॉरिजॉन्टल कंपोनेंट लेते हैं ना चाहे ये सॉल्व किया ਇਹਦੇ ਵਾਸਤੇ ਵੀ हॉरिजॉन्टल ले लिया चाहे ये सॉल्व किया ਇਹਦੇ ਵਾਸਤੇ भी हॉरिजॉन्टल पाथ ले लिया बट जो मैं गल की है वर्टिकल पाथ ਉਹਦੇ ਵਾਸਤੇ ਉੱਪਰ ਵਾਲਾ ਯੂਜ਼ ਕੀਤਾ ਇੱਕ ਵਾਰੀ ਨੀਚੇ ਵਾਲਾ ਯੂਜ਼ ਕੀਤਾ ਆਇਆ ਦੋਨੋਂ ਵੀ ਸਹੀ ਹੈ ਇਹ ਕੋਈ ਸ਼ੱਕ ਨਹੀਂ ਹੈ बट ਇਹਦੀ ਅਪਰ ਸਾਈਡ ਯੂਜ਼ ਕੀਤੀ ਲੋਅਰ ਸਾਈਡ ਯੂਜ਼ ਕੀਤੀ ਹੈ ਇੱਥੇ ਸੇਮ ਸਾਈਡ ਯੂਜ਼ ਕੀਤੀ ਹੈ ਇਸ ਕਰਕੇ ਮੈਂ ਲਾਈਟ ਲਿਖ ਵੀ ਦਿੱਤਾ ਤੇ ਹੌਰੀਜ਼ੌਂਟਲ ਪਾਥ ਦੇ ਵਿੱਚ ਕੋਈ ਚੇਂਜ ਨਹੀਂ ਹੈ ਬਟ वर्टिकल ਚ ਚੇਂਜ ਆਊਗਾ क्यों चेंज आऊगा ऑपोजिट है डायरेक्शन अलग है ये अपर है लोअर है ठीक है जी चलो ये चीज नोट कर लो इतना आपको दूंगी चलो ये नोट करो वर्टिकल कंपोनेंट्स ऑफ वेलोसिटीज आर the vertical components of velocities are the vertical components of velocity इधर जो इनिशियल की गल होती है तो फाइनल की गल होती है वर्टिकल कंपोनेंट्स ऑफ वेलोसिटीज आर opposite direction opposite in the direction देखो ये डायरेक्शन ਜਿਹੜੀ opposite है इस करके लाइन दिखाई है 10 भी ਤੁਹਾਨੂੰ ਦਿੱਤਾ ਮੈਂ कि ਜਿਹੜਾ हॉरिजॉन्टल पाथ सेम यूज ਹੁੰਦਾ ਪਿਆ ऊपर वाली वास्ते और नीचे वाली वास्ते बट वर्टिकल ਚ ਇੱਕ ਵਾਰੀ ਅਪਰ ਇੱਕ ਵਾਰੀ ਲੋਅਰ ਯੂਜ਼ ਹੋ ਜਾਂਦਾ ਇਸ ਕਰਕੇ ਇਹ ਚੀਜ਼ ਮੈਂ ਲਿਖੀ ਹੈ ਵਿੱਚ और डायरेक्शन भी चेंज ਹੁੰਦੀ ਗਈ ਹੈ ਜਦੋਂ ਇਦਾਂ ਕਰਕੇ ਬॉल ਹਿੱਟ ਕੀਤੀ ਨਾ ਦੂਸਰੇ ਨੇ ਉਹਦੀ ਡਾਇਰੈਕਸ਼ਨ ਚੇਂਜ ਹੋ ਗਈ ਆ ਬਹੁਤ ਸੋ ਇਸ ਕਰਕੇ ਵੀ ਇਹ ਚੀਜ਼ ਬਣਦੀ ਹੈ ਸੋ ਇਹਦਾ ਨੋਟ ਕਰ ਲਿਓ therefore the impulse imparted to the ball therefore the impulse will impact therefore the impulse imparted to the ball is equal to change in the linear momentum of ball
linear change in the linear momentum of ball. Change in the linear momentum of the ball. linear Momentum momentum of ball. Linear momentum of the ball. और लीनियर मोमेंटम वास्ते किहड़ी लाइन ले सकते हैं जिहदे कॉमन लिया है कह सकते हैं ਇਹਦੇ ਵਿੱਚ दोनों कंपोनेंट ਸਾਡੇ एक ही पाथ फॉलो करते पे चाहे वो इनिशियल की गल की चाहे दूसरी की गल की फाइनल की गल की तो ਉਹਦੇ ਵਾਸਤੇ ਲਿਖ ਸਕਦੇ ਹਾਂ ਜੀ mv भाई ये मोमेंटम का फार्मूला ਹੁੰਦਾ ਵਾ ਜਿਹਦੇ ਵਿੱਚ ਲਿਖ ਸਕਦੇ ਹਾਂ फाइनल मोमेंटम माइनस इनिशियल मोमेंटम वो फार्मूला ਯੂਜ਼ ਹੋਊਗਾ ਇਹਦੇ ਵਿੱਚ ਇਹ ਉਹ ਤੁਹਾਡਾ ਫਾਈਨਲ ਵਾਸਤੇ ਆ ਗਿਆ एक तो माइनस करना नहीं फिर माइनस एम दी पॉजिटिव एक तो सुनो माइनस क्यों लिया तो ये ਤੁਹਾਡੇ दिमाग पर रखना चाहिए एक माइनस का फार्मूला जाएगा ये माइनस क्यों आया क्योंकि डायरेक्शन अपोजिट हुई है वेरी गुड सो ये डायरेक्शन करके की हुई है तो नाल नोट कर लो जी इधर करके नेगेटिव साइन टेक फॉर ऑपोजिट डायरेक्शन वैसे ऐड नोट कर देना सो देखो जी अगर फाइनल क्या आप कह सकते हैं टोटल मोमेंटम का फार्मूला वा जिहदे विचों मैं फाइनल दे विचों इनिशियल माइनस कीता ठीक है जी दसो जी की बन जूगा माइनस माइनस प्लस हो जाएंगे और प्लस आगे की आ जाएगा 2m v cos theta cos थीटा मास ऑफ बॉडी ਸਾਨੂੰ गिवन है ये ਸਾਨੂੰ गिवन है जी ਵਿੱਚ ਦੇ स्टेटमेंट ਦੇ और ये सब गिवन है 0.1 के वेलोसिटी भी गिवन है जी ਤੁਹਾਨੂੰ ਦੇ ਵੀ ਦੱਸਿਆ ਹੈ ਕਿ ਜਿਹੜੀ ਇਨੀਸ਼ੀਅਲ वेलोसिटी है वो फाइनल ਦੇ इक्वल है तो ਸਾਨੂੰ वेलोसिटी ऑफ फुटबॉल भी ਜਿਹੜੀ गिवन है ਤੁਸੀਂ ਨੋਟ ਕਰ ਲਓ बस और ये फार्मूला का वैल्यू पुट करना है इसका आएगा वेलोसिटी ऑफ द बॉल बट वेलोसिटी ऑफ बॉल है उसको गिवन है 50 किलोमीटर पर आवर और अगर ਇਹਨੂੰ मीटर ਦੇ ਵਿੱਚ ਚੇਂਜ ਕਰਦੇ हैं ਉਹ ਕੀ ਕਰਦੇ ਨੇ ਇਹਦੇ ਨਾਲ 5/18 ਕਰ ਦਿੰਦੇ ਨੇ ਨਾ ਇਹ ਸਾਡੇ ਕੋਲ ਆ ਜਾਊਗਾ ਜੀ ਅਗਰ ਮੀਟਰ ਵਿੱਚ ਕਨਵਰਟ ਕਰਾਂਗੇ 13.8 मीटर पर सेकंड अगर किलोमीटर को मीटर पर आके कन्वर्ट करते हैं ना एक बार 18/5 लगता है दूसरे बार 5/18 लग जाएगा 5/18 ना करेंगे आंसर आ जाएगा ठीक है जी चलो इनको देखो जी अहीं पल्स कट रही पल्स आते फार्मूला आ गया ये वैल्यू पुट करो m दी m 0.1 हां 0.1 कर दो वैल्यू हम पल्स कटना ना पल्स ऑफ पल्स पार्टेड बाय फुटबॉल सो ये पल्स करना जी 2 आ गया क्योंकि फार्मूले जाएगा उसके बाद m कितना होगा 0.1 उस तो बाद वेलोसिटी कितनी है 13.8 cos कितना था जी वो सॉरी थीटा कितना थीटा 22.5 हां जी करो सोनो चलो मैं कर लेना भाई इन्होंने करके आजूगा 2.76 और cos वाली करके सोनो आजूगा 0.92 और दोनों को मल्टीप्लाई करके सारे को आजूगा कितना 62.1 62.1 नहीं ये आजूगा 2.539 के क्योंकि एक तो घट वैल्यू तो मल्टीप्लाई कर देगा बाद तो भी घट वैल्यू है 0.92 तो आंसर से नोट कर लो देखो ये इंपल्स मोटेड बाय फुटबॉल के लिए आएगी इंपल्स इंपार्टेड बाय फुटबॉल ਜਿਹੜੀ ਹੈ ਸਾਡੇ ਕੋਲ ਉਹ ਆ ਗਈ ਹੈ ਜੀ 2.5392
kg तो भी होगा मीटर पर इतना आंसर आएगा जी। देखो 0.9 करते मैं बहुत छोटी वैल्यू है 0.539 kg मीटर पर सेकंड ये ਤੁਹਾਡੀ ਪਲਸ ਆ ਗਈ ਹੈ ਜੀ ਜਦੋਂ ਉਹਨੇ ਬਾਲ ਨੂੰ ਹਿੱਟ ਕੀਤਾ ਦੂਸਰੇ ਪਾਸੇ ਇੱਕ ਪਲੇਅਰ ਨੇ ਦੂਸਰੇ ਵੱਲ ਬਾਲ ਜਿਹੜੀ ਥਰੋ ਕੀਤੀ ਆ ਔਰ ਦੂਸਰੇ ਨੂੰ ਹਿੱਟ ਕੀਤਾ ਵਾ ਉਹਦੀ ਪਲਸ ਨਹੀਂ ਹੈ चलो जब छोटा है गाड़ी को सॉल्व कर दो बड़ा हो जाएगा बड़ा जल्दी जल्दी ले करो कम गाड़ी को बड़ा अगर आएगा प्रैक्टिकली होगी तो नेक्स्ट में टेस्ट भी देखूंगा टेस्ट भी करता हूं वही जितने इतने का टेस्ट है वो पास करना है हमारे इंडस्ट्री का तो मेडिकल पता नहीं तक तो आ जाएगा कितना मेडिकल में बैठना और जिन्हें दूर वो प्रैक्टिस की थी वो गाड़ी दूंगा दूसरा बता दूंगा हमारा मेडिकल को समझने की लोडिंग बाकी मेडिकल का कुछ नहीं है मर कैलकुलेशन बड़ी है भाई सारे लोग बताइए तो पता बताइए क्यों दिए बताइए प्रॉपर लॉन्चर भाई लगा कि ना प्रॉपर लॉन्चर दवा आगे यूज होता है ਇਹਦੇ ਵਿੱਚ ਨਾ ਇਹਦੇ ਵਿੱਚ ਪਾ ਕੇ ਮਤਲਬ ਮਜ਼ਾਈਲ ਪਾ ਕੇ ਛੱਡਿਆ ਜਾਂਦਾ ਵਾ ਉਹ ਲਾਂਚ ਕੀਤਾ ਜਾਂਦਾ ਵਾ ਇਹਦੇ ਵਿੱਚ ਇਹ ਵੀ ਐਂਗਲ ਦੇ ਨੂੰ ਆਪਾਂ ਚੇਂਜ ਨੂੰ ਉਹ ਕਹਿ ਸਕਦੇ ਚੇਂਜ ਕਰ ਸਕਦੇ ਕਿ ਐਂਗਲ ਜੇ ਘੁੰਮ ਵੀ ਜਾਂਦਾ ਵਾ ਥੱਲੇ ਥੱਲੇ ਵੀ ਹੁੰਦਾ ਵਾ ਠੀਕ ਹੈ ਜੀ ਸੋ ਦੇਖੋ ਜੀ ਇਹਨੂੰ ਬੋਲਦੇ ਬਜੂਕਾ ਨਹੀਂ ਸਹੀ ਗੱਲ ਬੈਠ ਦੇ ਚੱਕਰ ਬਜੂਕਾ ਬੋਲਦੇ ਆ ਔਰ ਇਹਦੇ ਵਿੱਚ ਮਜ਼ਾਈਲ ਪਾਈ ਆ ਕੋਈ ਕਿਦਾਂ ਕਰਕੇ ਇਹਦੇ ਵਿੱਚ ਮਜ਼ਾਈਲ ਹੈ ਇਹਨੂੰ ਬਜੂਕਾ ਬੋਲਦੇ ਗਨ ਵੀ ਬੋਲ ਸਕਦੇ ਠੀਕ ਹੈ ਗਨ ਵੀ ਕਰ ਸਕਦੇ और ਵਿੱਚ ਇਹਦੇ ਸਪ੍ਰਿੰਗ ਟੂਬ ਲੱਗੇ ਹੁੰਦੇ ਜਿਹੜੇ ਹਾਈ ਵੈਲੋਸਿਟੀ ਨਾਲ ਕਹਿ ਸਕਦੇ ਆ ਲਾਂਚ ਕਰਦੇ ਆ ਟੇਕ ਆਫ ਕਰਦਾ ਇਹਦੇ ਵਿੱਚੋਂ ਜਿਹਦੇ ਵਿੱਚ ਹਾਈ ਵੈਲੋਸਿਟੀ ਨਾਲ ਬਾਹਰ ਨਿਕਲਦਾ ਵਾ ਸੋ ਇਹ ਵਜ੍ਹਾ ਤੇ ਮਜ਼ਾਈਲ ਆਈ ਹੋਈ ਹੈ ਬਜੂਕਾ ਨੂੰ ਗਨ ਵੀ ਕਹਿ ਸਕਦੇ ਆ ਔਰ ਇਹਦੇ ਵਿੱਚ ਮਜ਼ਾਈਲ ਹੈ ਜੀ ਸੋ ਇਹੋ ਜਿਹੜੀ ਮਜ਼ਾਈਲ ਹੈ ਮਜ਼ਾਈਲ ਦਾ weight ਹੈਗਾ ਵਾ 2 kg ਔਰ ਜਿਹੜਾ ਇਹ ਬਜੂਕਾ ਵਾ ਇਹਦਾ weight ਹੈਗਾ ਵਾ ਜਦੋਂ ਕੈਪੀਟਲ ਲੈਵਲ ਤੇ ਲਓ ਇਹਨੂੰ ਲੈ ਲਓ 60 kg ਇਹਦਾ ਭਾਰ ਜ਼ਿਆਦਾ ਵਾ ਇਹ ਸਮਾਲ ਐਪ ਲੈ ਲਓ 2 kg और ਜਿਹੜਾ ਵੀ ਇਹ ਵਾਲਾ ਮਜ਼ਾਈਲ ਹੈ ਜਿਹੜਾ ਮਜ਼ਾਈਲ ਹੈ ਇਹਦੀ ਮਜ਼ਲ ਸਪੀਡ ਜਿਹੜੀ ਮੀਨ ਜਿਹਦੀ ਬਾਹਰ ਨਿਕਲਣ ਦੀ ਸਪੀਡ ਜਿਹੜੀ ਆ ਜਾਂ ਮਜ਼ਲ ਵੈਲੋਸਿਟੀ ਕਹਿ ਦਿੰਦੇ ਆ ਇਹਦੀ ਜਿਹੜੀ ਮਜ਼ਲ ਵੈਲੋਸਿਟੀ ਮੈਂ ਲਿਖ ਦਿੰਦਾ ਇੱਥੇ ਮਜ਼ਾਈਲ ਮਜ਼ਲ ਵੈਲੋਸਿਟੀ भाई आना तो मुझे बैक में मजल बोल देते हैं मास्क में मजल बोल देते हैं ठीक है चलो मजाइल मजल वेलोसिटी ਇਹਦਾ ਮਤਲਬ ਤਾਂ ਰੋਕਣਾ ਉਹ ਸਾਨੂੰ ਦਿੱਤੀ ਹੈ ਜਿਹੜੀ ਮਜ਼ਲ ਵੈਲੋਸਿਟੀ ਸਾਨੂੰ ਦਿੱਤੀ ਹੈ 40 ਮੀਟਰ ਪਰ ਸੈਕਿੰਡ 40 ਮੀਟਰ ਪਰ ਸੈਕਿੰਡ ਤਾਂ ਥੋੜਾ ਸਾਫ ਤੇ ਨੋਟ ਕਰਨਾ ਜਿਹੜੀ ਇਹ ਮਜ਼ਾਈਲ ਹੈ ਉਹਦੀ ਮਜ਼ਲ ਵੈਲੋਸਿਟੀ ਹੈਗੀ ਹੈ ਜੀ 40 मीटर पर सेकंड मजल भी रोकना और कैपिटल वी करनी है जी
ये कोई स्मॉल है वगैरह देता हुआ बोले ऊपर ही देख के भाई स्पीड ऑफ मोबाइल की कितनी है 2 kg कितना 2 kg मास ऑफ मोबाइल उसके बाद मास ऑफ बंदूक या गन 60 kg 60 kg और उसके बाद मेजर वेलोसिटी मोबाइल की कितनी है 40 मीटर पर सेकंड 40 मीटर पर सेकंड भैया स्मॉल भी है 40 मीटर पर सेकंड ਅਸੀਂ ਕੱਢਣਾ ਕੀ ਆ ਜੀ ਇਹਦੇ ਵਿੱਚ ਕੈਪੀਟਲ ਵੀ ਕੱਢਣੀ ਹੈ ਕੈਪੀਟਲ ਵੀ ਕੀ ਆ ਜੀ ਜਦੋਂ ਵੀ ਗਨ ਦੇ ਵਿੱਚੋਂ ਕੋਈ ਮੰਨ ਲਓ ਗਨ ਦੇ ਵਿੱਚੋਂ ਬੁਲਟ ਬਾਹਰ ਜਾਂਦੀ ਹੈ ਨਾ ਹਾਈ ਮੋਮੈਂਟਮ ਦੇ ਨਾਲ ਘੁੰਮਦੀ ਜਾਂਦੀ ਹੈ ਥੋੜੀ ਰੋਟੇਟ ਕਰਦੀ ਜਾਂਦੀ ਹੈ ਰੀਕੁਆਇਲ ਕਰਦੀ ਜਾਂਦੀ ਹੈ ਠੀਕ ਹੈ ਜੀ ਸੋ ਇਹ ਚੀਜ਼ ਕੱਢਣੀ ਦੇ ਵਿੱਚ ਰੀਕੁਆਇਲ ਸਪੀਡ ਆਫ ਗਨ ਵੀ ਕਹਿ ਸਕਦੇ ਜਾਂ ਬੰਦੂਕ ਵੀ ਕਹਿ ਸਕਦੇ ਜਿਹੜੀ ਗਨ ਦੀ ਰੀਕੁਆਇਰ ਸਪੀਡ ਉਹ ਹੀ ਕੈਲਕੂਲੇਟ ਕਰਦੀ ਹੈ ਕਿ ਉਹ ਕਿੰਨੀ ਵੈਲੋਸਿਟੀ ਨਾਲ ਤਾਂ ਕਿੰਨੀ ਸਪੀਡ ਨਾਲ ਆਪਦੇ ਵਿੱਚੋਂ ਮਿਜ਼ਾਈਲ ਜਿਹੜੀ ਆ ਉਹਨੂੰ ਬਾਹਰ ਕੱਢਦਾ ਪਿਆ ਫਾਇਰ ਕਰਦਾ ਪਿਆ ਠੀਕ ਹੈ ਜੀ ਸੋ ਇਹਦੇ ਵਿੱਚ ਫਿਰ ਮੋਮੈਂਟਮ ਦੀ ਗੱਲ ਹੁੰਦੀ ਹੈ ਕਿਉਂਕਿ ਇਹ ਗਨ ਵੀ ਜਿਹੜੀ ਹੈ ਮੋਮੈਂਟਮ ਦੀ ਇੱਕ ਐਗਜ਼ਾਮਪਲ ਹੈ ਠੀਕ ਹੈ ਜੀ ਅਸੀਂ ਇੱਕ ਵੱਟਾ ਫੋੜਦੇ ਨੇ ਤਾਂ ਕਰਕੇ ਉਹਨੂੰ ਮੋਮੈਂਟਮ ਦੀ ਐਗਜ਼ਾਮਪਲ ਆਉਂਦੀ ਹੈ ਚਲੋ ਜੀ ਇਹਨੂੰ ਨੋਟ ਕਰਿਓ ਪਹਿਲਾਂ ਵੇਖੋ ਜੀ ਨੋਟ ਕਰੋ ਇਨੀਸ਼ੀਅਲ ਮੋਮੈਂਟਮ ਆਫ ਦਾ ਸਿਸਟਮ ਇਹ ਸਿਸਟਮ ਕਿਹਨੂੰ ਬੋਲਿਆ ਗਿਆ ਜੀ ਕਿਉਂ ਕਰ ਇਹਦਾ ਇਨੀਸ਼ੀਅਲ ਮੋਮੈਂਟਮ ਜਿਹੜਾ ਹੈ 0 ਹੈ ਜਦੋਂ ਕੋਈ ਵਰਕ ਨਹੀਂ ਕਰਦਾ ਪਿਆ ਉਹ ਮੋਮੈਂਟਮ ਵੀ 0 ਹੀ ਹੋਊਗਾ ਮੰਨ ਲਓ ਚੌਕਾ ਆਤਾ ਵਾ ਇਹਦਾ ਮੋਮੈਂਟਮ 0 ਹੀ ਹੋਊਗਾ ਜਦੋਂ ਇਹਦੇ ਤੋਂ ਫੋਰਸ ਹੋਣਾ ਸ਼ੁਰੂ ਕਰਤਾ ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਵੈਲੋਸਿਟੀ ਉੱਤੇ ਮੋਮੈਂਟਮ ਵੀ ਕ੍ਰੀਏਟ ਹੁੰਦਾ ਪਿਆ ਵਾ ਮੰਨ ਲਓ ਚੌਕ ਇਦਾਂ ਕਰਕੇ ਛੋੜਦਾ ਤੁਹਾਡੇ ਵੱਲ ਉਹਦਾ ਮੋਮੈਂਟਮ ਵੀ ਤੁਹਾਡੀ ਵਾਲੀ ਸਾਈਡ ਨੂੰ ਹੋਊਗਾ ਮੇਰੇ ਵਾਲੀ ਸਾਈਡ ਨੂੰ ਤੁਹਾਡੀ ਵਾਲੀ ਸਾਈਡ ਨੂੰ ਮੋਮੈਂਟਮ ਹੋਊਗਾ ਤੁਸੀਂ ਮੇਰੇ ਵੱਲ ਛੋੜਦੇ ਜੇ ਉਹਦਾ ਮੋਮੈਂਟਮ ਮੇਰੇ ਵਾਲੀ ਸਾਈਡ ਨੂੰ ਮੇਰੇ ਹੱਥ ਵਿੱਚ ਪੱਥਰ ਦੇ ਨਾਲ ਤੁਹਾਡੇ ਪੱਥਰ ਫੋੜ ਦਿੰਦਾ ਤਾਂ ਕਰਕੇ ਉਹਦਾ ਮੋਮੈਂਟਮ ਜਦੋਂ ਹੋਊਗਾ ਤੁਹਾਡੇ ਵੱਲ ਹੋਊਗਾ ਠੀਕ ਹੈ ਜੀ ਸੋ ਇਦਾਂ ਹੀ ਦੇ ਵਿੱਚ ਜਿਹੜੀ ਜਦੋਂ ਇਹ ਗੱਲ ਕੋਈ ਵਰਕ ਨਹੀਂ ਕਰਦੀ ਪਈ ਜਾਂ ਫਾਈਨਲ ਨੂੰ ਕੰਮ ਨਹੀਂ ਕਰਦਾ ਪਿਆ ਉਹਦਾ ਇਨੀਸ਼ੀਅਲ ਮੋਮੈਂਟਮ ਜ਼ੀਰੋ ਹੋਊਗਾ ਫਾਈਨਲ ਕਿੰਨਾ ਹੋਊਗਾ ਜੀ ਫਾਈਨਲ ਮੋਮੈਂਟਮ ਆਫ ਦਾ ਸਿਸਟਮ ਕਿੰਨਾ ਹੋਊਗਾ ਜੀ ਮਾਸ ਇਨਟੂ ਵੈਲੋਸਿਟੀ ਮੋਮੈਂਟਮ ਦਾ ਫਾਰਮੂਲਾ ਮਾਸ ਇਨਟੂ ਵੈਲੋਸਿਟੀ ਹੁੰਦਾ ਹੈ ਨਾ देखो जी मोमेंटम साढ़े को दो बन गए एक कैपिटल एम भी है एक स्मॉल वाला लिखता था मैं कैपिटल एम ठीक है जी और एक माइनस साइन क्यों आया माइनस साइन क्यों आया फॉर्मूला चला क्या तो दो ये तो मतलब साइन है मतलब पीछे ਇਹਦੇ ਵਿੱਚ ਇੱਕ ਸਪ੍ਰਿੰਗ ਹੁੰਦਾ ਵਾ ਜਿਹੜਾ ਸਪ੍ਰਿੰਗ ਹੈ ਉਹ ਪਿੱਛੇ ਨੂੰ ਜਾਊਗਾ ਔਰ ਜਿਹੜੀ ਇੱਕ ਮਲਾਈ ਜਿਹੜੇ ਕਰੂ ਦੇਖੋ ਬਹੁਤ ਸਾਰੀਆਂ ਜਿਹੜੀਆਂ ਬੰਦੂਕ ਹੁੰਦੀਆਂ ਨਾ ਵੱਡੀਆਂ ਜਿਹੜੀਆਂ ਮਸ਼ੀਨ ਲਾਈਟ ਐਲਐਮਜੀ ਬੋਲਦੇ ਆ ਜਾਂ ਫਿਰ ਕੀ ਬੋਲਦੇ ਸੈਲਫ ਲੋਡਡ ਮਸ਼ੀਨ ਕਹਿੰਦਾ ਜਦੋਂ ਚਲਾਉਂਦੇ ਨਾ ਝੜਕਾ ਦਿੰਦੀਆਂ ਜਦੋਂ ਚਲਾਉਂਦੇ ਨਾ ਹਿਲਦੀਆਂ ਹੋਈਆਂ ਉਹ ਕੀ ਕਰਦਾ ਜਿਹੜਾ ਸਪ੍ਰਿੰਗ ਲੱਗਾ ਉਹ ਪਿੱਛੇ ਨੂੰ ਜਾਂਦਾ ਪਰ ਜਿਹੜੀ ਉਹਦੇ ਬੁਲਟ ਹੈ ਉਹ ਵੇਖ ਜਾਂਦੀ ਹੈ ਐਕਸ਼ਨ ਡਿਊ ਟੂ ਐਕਸ਼ਨ ਹੋ ਜਾਂਦਾ ਕਹਿੰਦੇ ਨਿਊਟਨ ਥਰਡ ਨਾਲ ਆ ਜਾਂਦਾ ਇਹਦੇ ਵਿੱਚ ਸੋ ਜਿਹੜਾ ਇਹ ਨੂੰ ਬਾਹਰ ਵੱਲ ਜਾਂਦਾ ਪਿਆ ਬਟ ਜਿਹੜੀ ਦੇ ਜੋ ਬਜ਼ਾਇਦ फायर होती है जो किधर जाती है गिर जाती है ये दोनों की डायरेक्शन ऑपोजिट है इस करके इलेक्ट्रिक साइन है प्लीज नोट कर लो इलेक्ट्रिक साइन takes because the opposite direction of bazuka and because the opposite direction of bazuka and mujahid क्या गन एंड मुजाहिद ले सकते हैं because the opposite direction of किया गया जी bazuka and missile movement आ भाई बिल्कुल और ये नेट पे चेक भी करे जाते ये साथ में नहीं मार करके जितनी बड़ियां बंदूक गोली गन चलती है ना तो बिल्कुल करो ये तो कारनी तो यूज होता वा और ਜਦੋਂ ਇਹਦੇ ਵਿੱਚੋਂ ਜਿਹੜਾ ਉਹ ਮਜ਼ਾਈਲ ਜਿਹੜਾ ਬਾਹਰ ਨਿਕਲਦਾ ਨਾ ਜਿਹਨੂੰ ਮੋਰਟਾਰ ਬੋਲ ਦਿੰਦੇ ਸ਼ਾਇਦ ਮੋਰਟਾਰ ਵੀ ਫਿਰ ਬੋਲ ਦਿੰਦੇ ਗੋਲਾ ਬੋਲ ਦਿੰਦੇ ਉਹ ਗੋਲਾ ਜੋ ਅੱਗੇ ਹੁੰਦਾ ਥੋੜਾ ਝਟਕਾ ਦਿੰਦਾ ਵਿੱਚ ਠੀਕ ਹੈ ਜੀ ਉਹ ਜੇ ਕਿ ਮੋਰਟਾਰ ਨੂੰ ਬੋਲਦੇ
ਉਹਦੇ ਵਿੱਚ ਉਹਨੂੰ ਮਜ਼ਾਇਲ ਕਿਹਾ ਗਿਆ ਨਾ, ਮਜ਼ਾਇਲ ਦਾ ਵਰਡ ਦਿੱਤਾ ਗਿਆ। ਚਲੋ ਜੀ ਇਹ ਤਾਂ ਹੋ ਗਿਆ, ਆਪਾਂ ਵੈਲੋਸਿਟੀ ਦੀ ਗੱਲ ਕਰ ਲਈ ਹੈ, ਨੈਗੇਟਿਵ ਸਾਈਨ ਵੀ ਪਤਾ ਲੱਗ ਗਿਆ ਸਾਨੂੰ। ਸੋ ਇਹਦੇ ਵਿੱਚ ਕਿਹੜਾ ਫਾਰਮੂਲਾ ਲੱਗੂਗਾ ਜੀ? ਮੋਮੈਂਟਮ ਦਾ ਫਾਰਮੂਲਾ ਲੱਗਣਾ ਜੀ, ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ ਲੱਗਣਾ ਇਹਦੇ ਵਿੱਚ। 9th ਕਲਾਸ ਪੜਿਆ ਹੋਇਆ ਜੀ, 9th ਪੜ੍ਹੀ ਹੈ ਨਾ, ਪਤਾ ਹੋਊਗਾ। ਇਹਨੂੰ ਘਟਾਓ ਇਹ ਬਣਾਉਣਾ ਹੈ ਕਿ ਪਤਾ ਨਹੀਂ, ਛੋਟਾ ਜਿਹਾ ਹੀ ਮੈਜਰ ਹੈ। ਇਹਦੇ ਵਿੱਚ ਵੀ ਫਾਰਮੂਲਾ ਯੂਜ਼ ਹੋਣਾ ਵਾ ਅਕੋਰਡਿੰਗ ਟੂ, ਵੇ ਨੋਟ ਕਰ ਲਓ, ਅਕੋਰਡਿੰਗ ਟੂ ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ, ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਸੋ ਦੇਖੋ ਜੀ ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ ਜਿਹੜਾ ਵਾ ਉਹ ਕੀ ਆ? ਅਸੀਂ ਕਹਿ ਸਕਦੇ ਦੇ ਵਿੱਚ ਫਾਈਨਲ ਮੋਮੈਂਟਮ, ਬਈ ਫਾਈਨਲ ਮੋਮੈਂਟਮ ਕਿਹੜਾ ਹੋਊਗਾ? ਜਦੋਂ ਸਾਡੀ ਜਿਹੜੀ ਮਜ਼ਾਈਲ ਹੈ ਉਹ ਅੱਗੇ ਨੂੰ ਹਿੱਟ ਹੋਊਗੀ, ਔਰ ਕਿਹਦੇ ਇਕੁਅਲ ਹੈ? ਇਜ਼ ਇਕੁਅਲ ਟੂ ਇਨੀਸ਼ੀਅਲ ਮੋਮੈਂਟਮ। ਇਨੀਸ਼ੀਅਲ ਮੋਮੈਂਟਮ, ਫਾਈਨਲ ਮੋਮੈਂਟਮ ਇਜ਼ ਇਕੁਅਲ ਟੂ ਇਨੀਸ਼ੀਅਲ ਮੋਮੈਂਟਮ। ਸੋ ਇਹਨੂੰ ਜੀ ਫਾਈਨਲ ਮੋਮੈਂਟਮ ਅਸੀਂ ਹੁਣੇ ਕੱਢਿਆ ਵਾ, ਕਿੰਨਾ ਸਾਡਾ mv ਮਾਈਨਸ mv। ਜਦੋਂ ਸਾਡੀ ਜਿਹੜਾ ਗਰੁੱਪ ਹੈ ਜਿਹੜਾ ਵਰਕ ਕਰਦਾ ਪਿਆ ਵਾ, ਮੀਨ ਜਿਹੜੀ ਗਨ ਵਰਕ ਕਰਦੀ ਪਈ ਹੈ, ਔਰ ਆਪਦੇ ਵਿੱਚੋਂ ਕੋਈ ਵੀ ਜਿਹੜਾ ਬੁਲਟ ਹੈ ਜਾਂ ਮਜ਼ਾਈਲ ਹੈ ਉਹਨੂੰ ਹਿੱਟ ਕਰਦੀ ਪਈ ਹੈ, ਕਹਿ ਸਕਦੇ ਨੂੰ ਆਪਦੇ ਵਿੱਚੋਂ ਫਾਇਰ ਕਰਦੀ ਪਈ ਹੈ। ਸੋ ਇਹ ਕਹਿੰਦਾ ਵਾ mv ਮਾਈਨਸ mv ਔਰ ਇਕੁਅਲ ਟੂ 0 ਹੋਊਗਾ, ਕਿਉਂਕਿ ਇਨੀਸ਼ੀਅਲ ਮੋਮੈਂਟਮ ਸਾਡਾ 0 ਸੀ। ਜਦੋਂ ਬੰਦੂਕ ਕੋਈ ਕੰਮ ਹੀ ਨਹੀਂ ਕਰਦੀ ਤੇ ਤਾਂ ਮੋਮੈਂਟਮ ਨੂੰ ਕੀ ਹੋਊਗਾ? 0 ਹੋਊਗਾ। ਜਿਵੇਂ ਇਹ ਚੌਕ ਕੋਲ ਰੱਖਦਾ ਵਾ, ਇਹ ਆਪਣੇ ਆਪ ਹਿੱਟ ਹੋਊਗਾ। ਜਦੋਂ ਫੋਰਸ ਇਹਦਾ ਲਾਉਂਗਾ ਫਿਰ ਹੀ ਤੁਹਾਡੇ ਕੋਲ ਜਾਊਗਾ, ਠੀਕ ਹੈ ਜੀ। ਫਿਰ ਇਹਦਾ ਮੋਮੈਂਟਮ ਵੀ ਤੁਹਾਡੇ ਲਈ ਸਾਈਡ ਤੇ ਹੋਊਗਾ, ਤੁਹਾਨੂੰ ਦਰਦ ਵੀ ਹੋਊਗਾ, ਕਿਉਂਕਿ ਇਹਦਾ ਮਤਲਬ ਮਾਸ ਹੈ, ਮਾਸ ਦੇ ਕਾਰਨ એનર્ਜੀ ਸਟੋਰ ਕਰੂਗਾ, ਇਹਦਾ ਇਨਰਸ਼ੀਆ ਹੋਊਗਾ। ਜਿਵੇਂ ਕਿ ਇਹਦੇ ਥੱਪੜ ਮਾਰ ਦਿੰਦੇ ਅੱਗੋਂ ਦਾ ਨਿਕਲ ਕਰਦਾ ਵਾ, ਜਿਵੇਂ ਇਹਦੇ ਛੱਡਿਆ ਇਹਦੇ ਮੌਜੂਦ ਨੇ ਉਹਦੇ ਮਾਰੀ ਦੇ ਪੇੜ ਇਦਾਂ, ਠੀਕ ਹੈ ਜੀ। ਚਲੋ ਜੀ ਇਹ ਕੀ ਆ ਗਿਆ ਤੁਹਾਡਾ? ਫਾਈਨਲ ਮੋਮੈਂਟਮ ਇਜ਼ ਇਕੁਅਲ ਟੂ ਇਨੀਸ਼ੀਅਲ ਮੋਮੈਂਟਮ। तो ये वैल्यू पुट अप करती है, वैल्यू कर दो जी, सॉरी जी ये ना माइनस है इधर ले लो, ये जो प्लस हो जाएगा, जो माइनस में इधर ले लो ये होगा प्लस एम भी हो जाएगा। सानू चाहिए दी है ਇਹਦੇ ਵਿੱਚ रीक्वल स्पीड चाहिए है, कैपिटल V चाहिए है, कैपिटल V इसे सब्जेक्ट रख लो, कितना आंसर आ गया? mv अपॉन m। वैल्यू पुट अप कर दो ਇਹਦੇ ਵਿੱਚ, ਇਹਨੂੰ उठा लेना है। चलो अब इसे करते हैं, चलो अब बाकी का पार्ट में इधर कर देना है, ठीक है। ये वाला तो फॉर्मूला बन गया है, बाकी मैं स्टेप इधर करूंगा। तो देखो जी कैपिटल V यही करनी है, मींस फाइनल कटी है तो 2 × 40। हां जी 2 ×